ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ। ਸੁਖ ਹੋਵੇ ਦਿਨ ਰਾਤੀ ਬੇਸ਼ੁਮਾਰ ਅਥਾਹ ਅਗਨਿਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਆਸ ਤੁਝ ਤਵ ਸ਼ਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਭਾਵਨਾ ਦੇ ਨਾਲ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸੋ। ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ। ਇਹ ਪਨੀਰੀ ਇਹ ਬੱਚਿਆਂ ਦਾ ਕਿੰਨਾ ਸੋਹਣਾ ਸਮਾਗਮ ਅੱਜ ਸਜਿਆ ਸੀ, ਕਿੱਡਾ ਸੋਹਣਾ ਸਾਜ ਹੋ ਰਿਹਾ ਸੀ। ਬੜੇ ਸੋਹਣੇ ਇਹ ਦਿਹਾੜੇ, ਇਹ ਦਿਨ ਲਗਾਤਾਰ ਬੱਚੇ ਆਪਣੇ ਗਰਮੀਆਂ ਦੀਆਂ ਛੁੱਟੀਆਂ ਨੂੰ ਸੁਹਿਰਦ ਰੂਪ ਦੇ ਵਿੱਚ ਬਾਬਾਣੀਆਂ, ਕਹਾਣੀਆਂ, ਗੁਰਬਾਣੀ, ਕੀਰਤਨ, ਤਬਲਾ, ਸਤਿਗੁਰ ਜੀ ਦੀ ਅਗਮੀ ਗਿਆਨ ਰੂਪੀ ਬਖਸ਼ਿਸ਼ ਦੇ ਨਾਲ ਜੁੜ ਰਹੇ ਸਨ। ਸੋ ਅੱਜ ਬੱਚਿਆਂ ਨੇ ਆਪ ਸੰਗਤਾਂ ਦੇ ਸਨਮੁਖ ਪਰਫਾਰਮ ਕੀਤਾ ਹੈ। ਬਹੁਤ ਸੋਹਣਾ ਸਮਾਗਮ ਹੈ। ਜਿੱਥੇ ਬੱਚਿਆਂ ਨੂੰ ਮੁਬਾਰਕ ਹੈ, ਉੱਥੇ ਬੱਚਿਆਂ ਦੇ ਮਾਤਾ ਪਿਤਾ ਨੂੰ ਮੁਬਾਰਕ ਹੈ। ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਬੜੀ ਬਖਸ਼ਿਸ਼ ਹੈ। ਇਸ ਸਟੇਜ 'ਤੇ ਵੀ ਪਰਫਾਰਮ ਕਰਨ ਵਾਸਤੇ ਬੜੀ ਬਖਸ਼ਿਸ਼ ਚਾਹੀਦੀ ਹੈ, ਬੜੀ ਕਿਰਪਾ ਚਾਹੀਦੀ। ਸੋ ਆਪ ਸਾਰੇ ਹੀ ਬੱਚੇ ਤੇ ਮਾਤਾ ਪਿਤਾ ਮੁਬਾਰਕ ਦੇ ਪਾਤਰ ਹੋ। ਜਿੱਥੇ ਮਾਤਾ ਪਿਤਾ ਤੇ ਬੱਚੇ ਨੇ ਉੱਥੇ ਸਾਰੇ, ਕਿਉਂਕਿ ਦਾਸ ਲਗਾਤਾਰ ਜਿਹੜਾ ਬੱਚਿਆਂ ਦਾ ਉੱਤੇ ਕੈਂਪ ਲੱਗ ਰਿਹਾ ਸੀ ਨਿਤਨੇਮ ਵਾਲਾ, ਉਹਦੇ ਵਿੱਚ ਵੀ ਹਾਜ਼ਰੀ ਭਰਦਾ ਰਿਹਾ। ਮਾਤਾ ਹਰਜੀਤ ਕੌਰ ਹੋਰ ਜਿਹੜੇ ਬਹੁਤ ਮਸ਼ੱਕਤ ਦੇ ਨਾਲ, ਤਨਦੇਹੀ ਦੇ ਨਾਲ ਬੱਚਿਆਂ ਨੂੰ ਨਿਤਨੇਮ ਕੰਠ ਕਰਾ ਰਹੇ ਸਨ। ਉਪਰੰਤ ਜਿਹੜੀ ਬੀਬੀ ਸਮਝ ਕੌਰ ਪਾਸੋਂ ਬੱਚਿਆਂ ਨੇ ਕੀਰਤਨ ਸਿੱਖਿਆ। ਇਹ ਸਾਰੇ ਸਮਾਗਮ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵੀ ਬੜੀ ਮੁਬਾਰਕ ਦੇ ਪਾਤਰ ਹੈ। ਸੋ ਆਓ ਜੀ, ਅੱਜ ਜਿਹੜੀਆਂ ਵਿਚਾਰਾਂ 20ਵੀਂ ਪੌੜੀ ਤੱਕ ਅਸੀਂ ਕੱਲ੍ਹ ਤੱਕ ਚੌਪਈ ਸਾਹਿਬ ਦੀ ਵਿਚਾਰ ਕੀਤੀ ਸੀ, 21ਵੀਂ ਪੌੜੀ ਤੋਂ ਆਰੰਭ ਕਰਨੀ ਹੈ। ਜਿੰਨੇ ਕੁ ਆਪ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਗੱਜ ਵੱਜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੱਕ ਅਸੀਂ ਵਿਚਾਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹ ਲਗਾਤਾਰ ਇਸ ਬਾਣੀ ਦੇ ਵਿੱਚ ਰੱਖਿਆ ਦੀ ਗੱਲ ਕਰ ਰਹੇ ਹੈ ਕਿ ਸਾਡੀ ਰੱਖਿਆ ਕੀਤੀ ਜਾਏ, ਭਾਵੇਂ ਉਹ ਕਾਲ ਤੋਂ ਕੀਤੀ ਜਾਏ, ਭਾਵੇਂ ਉਹ ਅੰਤਮ ਵੇਲੇ ਮੌਤ ਦੇ ਡਰ ਤੋਂ ਕੀਤੀ ਜਾਏ, ਭਾਵੇਂ ਉਹ ਦੁਸ਼ਟਾਂ ਤੋਂ ਕੀਤੀ ਜਾਏ ਅਤੇ ਭਾਵੇਂ ਉਹ ਸ਼ਤਰੂਆਂ ਤੋਂ ਕੀਤੀ ਜਾਏ। ਇਸ ਬਾਣੀ ਦੇ ਵਿੱਚ ਪੂਰਨ ਰੱਖਿਆ ਦਾ ਜ਼ਿਕਰ ਹੈ। ਇਹ ਰੱਖਿਆ ਚੱਕਰ ਹੈ ਜਿਹਨੂੰ ਚੌਗਿਰਦ ਹਮਾਰਾ ਰਾਮਕਾਰ ਦੁੱਖ ਲਗੈ ਨਾ ਪਾਈ। ਕੱਲ੍ਹ ਤੱਕ ਅਸੀਂ ਇਹ ਵਿਚਾਰ ਕੀਤੀ ਸੀ ਕਿ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾਦ ਸਰੂਪ ਸੰਭਵ। ਸਾਰੀ ਸ੍ਰਿਸ਼ਟੀ ਅਦਭੁਤ ਹੈ, ਅਦਭੁਤ ਹੈ, ਅਦਭੁਤ ਪਰਮਤ ਬੁੱਧ ਵਿਸਮੈ ਵਿਸਮ ਅਸਚਰਜ ਅਸਚਰਜ ਅਤ ਅਤ ਹੈ, ਜਿਹਨੂੰ ਭਾਈ ਗੁਰਦਾਸ ਕਹਿੰਦੇ। ਆਦ ਜੁਗਾਦ, ਕਦੀ ਆਦ ਦੀ ਗੱਲ ਹੁੰਦੀ ਹੈ ਅਤੇ ਕਦੀ ਜੁਗਾਂ ਜੁਗਾਂਤਰਾਂ ਦੀ ਗੱਲ ਹੁੰਦੀ ਹੈ। ਉਹ ਵਾਹਿਗੁਰੂ ਆਪਣੇ ਆਪ ਤੋਂ ਹੀ ਆ, ਉਹਨੂੰ ਕੋਈ ਪੈਦਾ ਨਹੀਂ ਕਰ ਸਕਦਾ। ਜਿਹਨੂੰ ਅਸੀਂ ਆਜੂਨੀ ਸਹਿ ਭੰਗ ਕਹਿੰਦੇ ਹਾਂ, ਇਹਨੂੰ ਮਹਾਰਾਜ ਕਹਿੰਦੇ ਸਰੂਪ ਸਯੰਭਵ, ਆਪਣੇ ਆਪ ਤੋਂ ਹੀ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਜਿਹੜੇ ਦੁਸ਼ਟ ਮਾੜੀ ਬਿਰਤੀ ਦੇ ਨਾਲ ਉਤਪਾਤ ਮਚਾਉਂਦੇ ਨੇ। ਸਕਲ ਮਲੇਚ ਕਰੋ ਰਣ ਘਾਤਾ, ਰਣ ਤੱਤੇ ਦੇ ਵਿੱਚ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਤੂੰ ਖੜਗ ਧਾਰੀ ਹੈ, ਤੂੰ ਤਾਕਤ ਬਖਸ਼। ਉਹਨਾਂ ਦੁਸ਼ਟਾਂ ਨੂੰ ਅਸੀਂ ਰਣ ਤੱਤੇ ਵਿੱਚ ਸੋਧੀਏ। ਆਪ ਜੀ ਨੇ ਅੱਗੇ ਸਰਵਣ ਕੀਤਾ, ਜੇ ਅਸ ਤੁਝ ਤਵ ਸਰਨੀ ਪਰੇ
ਅਸ ਦਾ ਮਤਲਬ ਹੈ ਤੇਗ, ਖੜਗ, ਧੁਜ ਦਾ ਮਤਲਬ ਹੈ ਝੰਡਾ। ਹੇ ਇਹ ਖੜਗ ਧਾਰੀ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ। ਤੇ ਇਹ ਕਹਿ ਦੇਣਾ ਕਿ ਉਹ ਰੱਬ ਸਿਰਫ ਦਇਆ ਦਾ ਪਾਤਰ ਹੈ, ਸਿਰਫ ਗਲਵਕੜੀ ਲਾਉਣ ਦਾ ਪਾਤਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਰੱਬ ਦਾ ਇਹ ਵੀ ਰੂਪ ਹੈ, ਉਹ ਦੁਸ਼ਟਾਂ ਨੂੰ ਸੋਧਣ ਵਾਸਤੇ ਵੀ ਇਸ ਧਰਤੀ ਤੇ ਆਇਆ। ਉਹਨੇ ਖਾਲਸੇ ਨੂੰ ਇਸ ਧਰਤੀ ਤੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਿਹੜੀ ਹੈ ਨਾ, ਕਿ ਬੈਰੀਆਂ ਨੂੰ ਸੋਧਣ ਵਾਸਤੇ, ਦੁਸ਼ਟਨ ਕੇ ਮਾਰਬੇ ਕੋ ਅਸੁਰ ਕੇ ਸੰਘਾਰਬੇ ਕੋ ਖਾਲਸੋ ਬਣਾਇਓ ਹੈ। ਇਹ ਖਾਲਸਾ ਇਸ ਧਰਤੀ ਤੇ ਦੁਸ਼ਟਾਂ ਨੂੰ ਸੋਧਣ ਵਾਸਤੇ ਵੀ ਹੈ, ਉਹ ਸੱਚ ਦੀ ਆਵਾਜ਼ ਬੁਲੰਦ ਕਰਨ ਵਾਸਤੇ ਵੀ ਹੈ। ਹੇ ਖੜਗ ਧਾਰੀ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਤੂੰ ਮੈਨੂੰ ਤਾਕਤ ਬਖਸ਼, ਕਿਉਂਕਿ ਖੜਗ ਤੋਂ ਬਿਨਾਂ ਇੱਥੇ ਬੰਦਾ ਭੇਡ ਦੀ ਬਰਾਬਰ ਹੈ। ਜਿਵੇਂ ਮਰਜ਼ੀ ਕੰਨ ਫੜ ਕੇ ਉਹਨੂੰ ਲੈ ਜਾਈਏ, ਜਿੰਨੇ ਖੜਗ ਪਾਈ ਹੈ ਉਹਨੂੰ ਕੋਈ ਸੱਚ ਦੇ ਮਾਰਗ ਤੇ ਤੁਰਨ ਤੋਂ ਰੋਕ ਨਹੀਂ ਸਕਦਾ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਇਹ ਖੜਗ ਚੁੱਕੀ ਸੀ, ਜਿਹਨੂੰ ਸੱਤਾ ਤੇ ਬਲਵੰਡ ਜੀ ਕਹਿੰਦੇ ਨਾ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੈ ਜਿਉਂ ਖੀਵਦੇ, ਦੇ ਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀ ਵਧੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਬਦੈ। ਉਥੇ ਲੈਣੇ ਧਰਿਓਨ ਛੱਤ ਸਿਰ, ਜਿਹੜਾ ਛੱਤਰ ਸਿੜਿਆ ਨਾ ਭਾਈ ਲਹਿਣਾ ਜੀ ਦੇ ਸਿਰ ਤੇ, ਉਹ ਸ਼ਬਦ ਦੀ ਖੜਗ ਵਾਲਾ ਦਿੱਤਾ, ਸ਼ਬਦ ਦੀ ਤਾਕਤ ਵਾਲਾ ਦਿੱਤਾ। ਹੁਣ ਕਹੀਏ ਕਿ ਗੁਰੂ ਨਾਨਕ ਸਾਹਿਬ ਦੇ ਵਿੱਚ ਹੱਥ ਤੇ ਕੋਈ ਖੜਗ ਨਹੀਂ ਹੈ, ਇੱਕ ਸਾਖੀ ਚੱਲਦੀ ਹੈ ਭਾਈ ਮਰਦਾਨੇ ਤੇ ਗੁਰੂ ਨਾਨਕ ਸਾਹਿਬ ਦੀ। ਅਕਸਰ ਗੁਰੂ ਨਾਨਕ ਸਾਹਿਬ ਗਾਵੰਦੇ ਨੇ ਤੇ ਭਾਈ ਮਰਦਾਨਾ ਰਬਾਬ ਵਜਾਉਂਦੇ ਨੇ। ਅੱਜ ਭਾਈ ਮਰਦਾਨਾ ਜੀ ਗਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਚੁੱਪ ਬੈਠੇ ਨੇ। ਇਹ ਜਨਮ ਸਾਖੀ ਦਾ ਜ਼ਿਕਰ ਹੈ। ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੂੰ ਜਦ ਇਹ ਸੁਣਿਆ ਕੰਨਾਂ ਦੇ ਵਿੱਚ, ਭਾਈ ਮਰਦਾਨਾ ਗਾਉਂਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਕਿ ਬਾਬਾ ਮਹਿਤਾ ਕਾਲੂ ਦੇ ਘਰ ਜਿਹੜੇ ਪ੍ਰਗਟ ਹੋਏ ਨੇ, ਉਹਦਾ ਜ਼ਿਕਰ ਕੀਤਾ ਕਿ ਮਹਿਤੇ ਕਾ ਪੁੱਤਰ ਕਾਲੂਆਣ ਜਿਨ ਸਿਰਜੀ ਫੁਨ ਤਿਨ ਗੋਈ। ਕਾਲੂਆਣ ਦਾ ਮਤਲਬ ਕਾਲੂ ਜੀ ਦਾ ਪੁੱਤਰ ਬਾਬਾ ਨਾਨਕ ਜੀ, ਕਿ ਧੰਨ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਕਰਤਾਰ ਦਾ ਰੂਪ ਧਾਰ ਕੇ ਆਏ ਨੇ। ਤੇ ਜਿਸ ਤਰ੍ਹਾਂ ਇੱਕ ਸੁਆਣੀ ਰੋਜ਼ ਆਟੇ ਨੂੰ ਗੁੰਦ ਕੇ ਪੇੜਾ ਬਣਾਉਂਦੀ ਹੈ ਨਾ, ਪੇੜਾ ਬਣਾ ਕੇ ਫਿਰ ਉਹਨੂੰ ਭਾਵੇਂ ਜਿਵੇਂ ਮਰਜ਼ੀ ਵੇਲ ਦੇ, ਉਹਨੂੰ ਜਿਵੇਂ ਮਰਜ਼ੀ ਉਹਨੂੰ ਰੋਟੀ ਬਣਾ ਦੇ, ਜੋ ਮਰਜ਼ੀ ਉਹਦੇ ਵਿੱਚ ਭਰ ਦੇ। ਗੁਰੂ ਨਾਨਕ ਸਾਹਿਬ ਇੰਨੇ ਸਮਰੱਥ ਨੇ, ਸਾਰੀ ਧਰਤੀ ਉਹਨਾਂ ਨੇ ਗੋਈ ਹੈ। ਇਹ ਗੋਈ ਲਫ਼ਜ਼ ਅਸੀਂ ਸੱਤਾ ਬਲਵੰਡ ਜੀ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਮਾਤਾ ਜੀ ਦਾ ਜ਼ਿਕਰ ਕੀਤਾ ਹੋਇਆ, ਜਿਨ ਸੋ ਸ਼ਾਹ ਉਠਾਲੀ ਮਾਤਾ ਖੀਵੀ ਸੋ ਸ਼ਾਹੇ ਜਿਨ ਗੋਏ ਉਠਾਲੀ। ਉੱਥੇ ਗੋਏ ਦਾ ਮਤਲਬ ਹੋਰ ਪਾਸੇ ਨਾ ਲੈ ਜਾਇਓ, ਉੱਥੇ ਗੋਏ ਦਾ ਮਤਲਬ ਹੈ ਧਰਤੀ। ਇੱਥੇ ਭਾਈ ਮਰਦਾਨਾ ਕਹਿੰਦੇ ਗੁਰੂ ਨਾਨਕ ਸਾਹਿਬ ਕੋਲ ਇੰਨੀ ਤਾਕਤ ਹੈ, ਸਮਰਥ ਹੈ, ਜਿਨ ਸਿਰਜੀ ਫੁਨ ਤਿਨ ਗੋਈ। ਇਸ ਧਰਤੀ ਨੂੰ ਜਿਵੇਂ ਮਰਜ਼ੀ ਗੁਰੂ ਨਾਨਕ ਸਾਹਿਬ ਆਪਣੀ ਤਾਕਤ ਦੇ ਨਾਲ, ਆਪਣੀ ਸਮਰੱਥਾ ਦੇ ਨਾਲ ਇਹਦਾ ਪੇੜਾ ਬਣਾ ਸਕਦੇ ਨੇ। ਜਿਵੇਂ ਚਾਹੁਣ, ਭਾਵੇਂ ਕਿੱਥੇ ਤਾਰਨਾ ਉੱਥੇ ਤਾਰ ਸਕਦੇ ਨੇ, ਕਿੱਥੇ ਪਰਲੋ ਮਚਾਉਣੀ ਹੈ ਤੇ ਗੁਰੂ ਨਾਨਕ ਸਾਹਿਬ ਪਰਲੋ ਵੀ ਲਿਆ ਸਕਦੇ ਨੇ। ਗੁਰੂ ਨਾਨਕ ਸਾਹਿਬ ਨੇ ਕਿਹਾ ਵੇ ਮਰਦਾਨਿਆ ਇਹ ਨਾ ਗਾ, ਚੁੱਪ ਕਰ ਜਾ। ਫਿਰ ਮਰਦਾਨਾ ਚੁੱਪ ਨਹੀਂ ਕੀਤਾ, ਉਹ ਕਹਿੰਦਾ ਮਹਿਤੇ ਕਾ ਪੁੱਤਰ ਕਾਲੂਆਣ ਜਿਨ ਸਿਰਜੀ ਫੁਨ ਤਿਨ ਗੋਈ। ਗੁਰੂ ਨਾਨਕ ਸਾਹਿਬ ਨੇ ਕਿਹਾ ਵੇ ਮਰਦਾਨਿਆ ਹੋਰ ਨਹੀਂ। ਫਿਰ ਮਹਿਤਾ ਕਾਲੂ ਦਾ ਉਹ ਜ਼ਿਕਰ ਮਰਦਾਨਾ ਜੀ ਗਾਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਵੀਰ ਰਸ ਵਿੱਚ ਆ ਕੇ ਕਿਹਾ ਵੇ ਮਰਦਾਨਿਆ ਇਸ ਤੋਂ ਅੱਗੇ ਨਾ ਚਲਾਈ, ਹੁਣ ਇਸ ਤੋਂ ਅੱਗੇ ਨਾ ਚਲਾਈ। ਫਿਰ ਮਰਦਾਨਾ ਚੁੱਪ ਹੋ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਤੋਪ ਚਲਦੀ ਸੁਣੀ ਹੈ, ਤੋਪਾਂ ਚਲਦੀਆਂ ਵੀ ਦੇਖੀਆਂ ਐਮਨਾਬਾਦ ਦੀ ਧਰਤੀ ਤੇ, ਪਿਸਤੌਲਾਂ ਚਲਦੀਆਂ ਵੇਖੀਆਂ ਨੇ, ਤੀਰ ਕਮਾਨਾਂ ਵਿੱਚੋਂ ਚਲਦੇ ਵੇਖੇ ਨੇ, ਸ਼ਸਤਰ ਅਸਤਰ ਚਲਦੇ ਵੇਖੇ ਨੇ, ਇਹ ਸ਼ਬਦ ਵੀ ਚਲਦੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਹਾਂ ਮਰਦਾਨਿਆ ਸ਼ਬਦ ਵੀ ਚੱਲਣਗੇ, ਸ਼ਬਦ ਸੱਚੀ ਮੁੱਚੀ। ਇਹ ਤੁਸੀਂ ਸ਼ਰਧਾ ਰੂਪੀ ਅਸਲੇ ਵਿੱਚ ਇਸ ਸ਼ਬਦ ਦੇ ਬਾਰੂਦ ਨੂੰ ਭਰੋ, ਇਹ ਸੱਚੀ ਮੁੱਚੀ ਇਉਂ ਚਲੇਗਾ ਜਿਹਨੂੰ ਬਾਬਾ ਸ਼ੇਖ ਫਰੀਦ ਕਹਿੰਦੇ ਨਾ, ਸਬਰ ਮੰਝ ਕਮਾਣ ਹੇ ਸਬਰ ਕਾ ਨਿਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਜਿਵੇਂ ਬਾਣ ਵਿੱਚੋਂ ਤੀਰ ਨਿਕਲਦਾ, ਇਵੇਂ ਜਦ ਬੰਦਗੀ ਕਰਨ ਵਾਲੇ ਦੇ ਮੂੰਹ ਵਿੱਚੋਂ ਗੁਰੂ ਦੀ ਬਾਤ ਨਿਕਲੇਗੀ, ਉਹ ਇਉਂ ਨਿਕਲੇਗੀ ਜਿਵੇਂ ਗੁਰੂ ਦੇ ਸ਼ਬਦ ਦੀ ਖੜਗ ਚੱਲਦੀ ਹੈ। ਇਹਨੂੰ ਖੜਗ ਧਾਰੀ ਆਖਿਆ ਕਿ ਰੱਬ ਦਾ ਸ਼ਬਦ ਤਾਕਤਵਰ ਹੈ। ਇਹ ਕਿਉਂਕਿ ਜਿਹਨੂੰ ਕਿਹਾ ਸ਼ਬਦ ਕੇ बर्फ़ के छू जाने से भी जल जाते हैं हाथ, बर्फ़ के छू जाने से भी जल जाते हैं हाथ, कभी कभी लफ्ज़ भी खंजर लगते हैं। शब्द चलाए गुरु नानक साहब ने, एमनाबाद की धरती ते चलाए। जैसी मैं आवे खसम की बाणी तैसड़ा करी, ये शब्द ते चलाए ने।
पाप की जंज लै काबलों धाया, जोरी मंगै दान। ये शब्द ते चल रहे ने। जिन सर सोहन पट्टियां मांगी पाए संदूर, से सिर काती मुनियन गल विच आवे धूड़। कला गुरु नानक साहब ने थोड़ी शब्द चलाए, भगत नामदेव ने दिल्ली की धरती ते चलाए। क्या सी इस धरती तुगलकाबाद की धरती, जद इत्थे तुगलक जिथे अज कुतुब मीनार बनया होया, इत्थे बाबा भगत नामदेव नूं पुठा टंगिया सी। भगत नामदेव ने भी शब्द चलाया इत्थे, बड़े बड़ियां नूं। भगत कबीर जी ने शब्द चलाया, वो हर के संत ना आखियां बानारस के ठग। ये शब्द ते चलाया, दसिया जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, तुम कत लोहू हम कत लोहू तुम कत दूध। ये शब्द ते चलाया। इनू क्या जे अस तुझ, हे पार ब्रह्म परमेश्वर, तेरा शब्द चलता है, तेरे शब्द की ताकत है, तेरा शब्द खड़ग रूपी है, जिहदे हिरदे विच चल जे उहदे विकारां नूं खत्म करके रख दिंदा है। जे भगत की जुबान विचों चल जाए तो बड़े बड़े बैरियां नूं मार के रख दिंदा है, बड़े बड़े पापियां नूं साड़ के रख दिंदा है, जद कोई बंदगी करन वाला बोलदा है। इनू क्या जे अस तुझ तब शरणी परे, हे खड़ग धारी वाहिगुरू, मैं तेरी शरणी पिया। जद भी कोई तेरी तव, तव का मतलब तुहाडी शरणी परे, तिनके दुष्ट दुखत हवै, हवै पढ़ना हाहे दे पैर च ववा है, हवै मरे, मरै नहीं पढ़ना मरे। कहते जेड़ा तुहाडी शरण पढ़दा है, उन्हां दुष्टां दे दुख सारे मर जाते, वो दुष्ट भी मरते ने ते दुख भी मरते ने। पुरख जमन पग परे तिहारे, पग का मतलब पैर है। गुरु ग्रंथ साहब जी की किड्डी खूबसूरती है, पैरों नूं भी पग कहिंदे है ते सिर च बन्नण वाली नूं भी पग कहिंदे है। किड्डा मिस्टिक है। इत्थे जिहड़ा पग है ये पैर, पैरां नूं आख्या है। पुरख जमन, जेड़ा पुरख तुहाडे, जमन का मतलब तुहाडे पैरां ते, जमन पग परे तिहारे, तुहाडे पैरां दे उत्ते डिगे, तिनके तुम संकट सब टारे, तुसी उहदे संकट नूं टार दे हो जी। जो कल को एक बार ते है, ताके काल निकट न है। रक्षा होए ताहे सब काला, दुष्ट अरिष्ट टरै तत्काला। उच्चारण का ध्यान रखना है। ध्या है और अगे जिहड़ा ऐ है, ध्या है ऐ है, इहदा उच्चारण का ध्यान रखना है। जो कल को एक बार ध्या है, ध्याए है नहीं पढ़ना, इनू ध्या है कि जिहड़ा वाहिगुरू तैनू एक बार ध्या ले, हिरदे तो तैनू चेते कर ले, ताकि काल निकट न है ऐ है। ते भगत प्रहलाद गुरु ग्रंथ साहब जी दे विच किड्डा जिक्र किया, भगतां ने भी किया, गुरु अमरदास जी ने भी किया, कबीर साहब ने भी किया। नहीं छोड़ू रे बाबा राम नाम, मेरो और पढ़न स्यों नहीं काम। काल नेड़े नहीं आया, मौत तो बचा लिया। गुरु तेग बहादुर साहब गज का जिक्र करते हैं। तेंदुए ने पकड़ लिया सी हाथी नूं, उन्हें रब नूं चेते किया ते हाथी भी छुट गया। बल छुटके बंधन परे, कछु ना हो तू पाए, कहो नानक अब ऊट हर गज ज्यों हो सहाय। अजामल का जिक्र आया, अजामल पापी जग जाने, निमख माए निस्तारा, मरण चलिया सी अजामल, तो उन्होंने रब चेते कराउण दा जिक्र मिल गया। इनू एक बिध दसती उहदे उस्ताद ने कि अपने पुत्र का नाम नारायण रख दे। द्रौपदी का जिक्र आया गुरु ग्रंथ साहब जी की बाणी दे विच। भाई गुरदास जी द्रौपदी का जिक्र करते हैं कि जिहड़ा एक साध सी कि पापां वाड़े जाए खलोता द्रौपदी दे, कि अखों देख दयाल होए, हथों उसनों दित्योस तोता। तोता तोते तो नाम जपाया, बस नाम किसी बहाने चेते आ जाए। गुरु गोबिंद सिंह साहब महाराज जी कहते हैं, एक बार कोई तेनू ध्या ले, किसी बहाने ध्या ले, किसी बहाने तेरा चेते आ जाए। जो कल को दा मतलब तैनू अकाल नू एक बार ध्याया है, एक बार तेनू कोई ध्याए, ताकि काल निकट न ऐ है। उहदे काल किसी भी तरह का काल, किसी भी तरह की मौत का डर, किसी भी तरह का दुख उहदे निकट नहीं आउंदा। रक्षा होए ताहे सब काला, सब काला का मतलब हर समय, दिन भी रात भी, सवेर भी कहिए शाम भी कहिए, असी सौण वेले भी कहिए तो जागण वेले भी कहिए। सब काला का मतलब जिथे मर्जी जाइए, जिथे मर्जी होइए, तेरी रक्षा, तेरे शब्द की रक्षा साडा
बिल्कुल पल्ला ना छड़े। सब काला का मतलब हर समय वाहिगुरु का नाम तेरी रक्षा करने वाला है। दुष्ट अरिष्ट टरै तत्काला। तत्काल जिहड़ा असीं टिकट बुक कराउने आ, पहला रेलवे स्टेशन दे रेलवे तो आया सी ये तत्काल टिकट खड़े पैर, अजकल हवाई जहाज़ दीयां टिकटां ये सारे तत्काल। पर तत्काल का जिक्र तो 550 साल पहला गुरु साहब करते हैं कि खड़े पैर हुणे चेते किया है तो हुणे ही सारे पाप कट्टे जाणगे। दुष्ट अरिष्ट टरै तत्काला, कहते दुष्टां दे ते अरिष्टां दे भाव कि पाप सारे तत्काल टर जाते ने जी। कृपा दृष्ट तन जाहे निहर हो, ताके ताप तनक मोहर हो। रिद सिद्ध कर्मो सब होई, दुष्ट छह स्वै सकै न कोई। कृपा दृष्ट तन, तन तन कहते शरीर जिदे उत्ते कृपा दृष्ट तन जाहे निहर हो। निहर निहर जिन्हों कहते कि एक नज़र मार, जिस तन उत्ते वाहिगुरु की कृपा दृष्टि पै जाए ताकि ताप तनक मह हरिओ। तनक मोहे भी आया श्रोमणी कमेटी के गुटकियां दे विच ते ओही पढ़ांगे असी। तनक का मतलब है एक खिन दे विच, जिन्हों तत्काल भी कहते अख झपकण वाला, कि ओदे ताप तीने ताप निवारण हारा दुख हंथा सुखरास आद ब्याद ते उपाद, ताके ताप तनक मोहर हो। रिद सिद्ध घरमों सब होई, जिदे उत्ते वाहिगुरु जी नज़र दृष्टि हो जाएगी, उन्होंने पता लग जाएगा पहुप मद ज्यों बास बसत है, मुकर माए जैसे छाई, तैसे ही हर बसै निरंतर घट ही खोजो पाई। ये रिदियाँ सिद्धियाँ इस हिरदे दे अंदर ही वसियां हुई ने, ये घर ही विच ही है। रिद सिद्ध घरमों सब होई, दुष्ट छा छवै सकै ना कोई। कोई बेकार, कोई तंत्र मंत्र, कोई भैड़ी बात, कोई दुष्ट, कोई भैड़ा ख्याल भी तेनू छवै, छवै का मतलब छू सकेगा, छू नहीं सकेगा जे तेरे उत्ते पार ब्रह्म परमेश्वर दी मेहर हो गई जी। एक बार जिन तुम्हें संभारा, काल फास ते ताहे उबारा। जिन नर नाम तिहारो कहा, दारिद दुष्ट दोख ते रहा। एक बार जिन तुम्हें संभारा, एक बार भाव एक खिन, एक पल कोई तेनू ध्या ले, एक खिन तेनू ध्या ले। एक निमक जो सिमरन मैं जिया, कोट दिनस लाख सदा थिर थिया। गुरु गोबिंद सिंह साहब कहते एक बार ही ध्या लो कोई। संभारा का मतलब संभालना, सार संभाले नित प्रतिपाले, प्रेम सहित गल लावे। ਇਹਦਾ मतलब रब के ख्याल विच असी सारे हाँ, पर साडे ख्याल विच रब नहीं है। गुरु गोबिंद सिंह साहब कहते असी सारे उहदे ख्याल विच हाँ, वो जानदा है सानू, पर असी उन्होंने कदी जान नहीं सके। उन्होंने जाणीए, एक बार ही उन्होंने अपने हिरदे विच वसा के रखीए। ताइयों ते भगत कबीर जी कहते एक घरी आदि घरी, आदि हूँ ते आद, भगतन सेती गोष्ठे जो कीनो सो लाभ। करके तो वेखे काल फासते ताहे उबारा, उन्होंने काल दियाँ फाइयां तो ये नाम उबार लैंदा। जिन नर नाम तिहारो कहा, जिस इस धरती ते रहन वाले जी ने, भावें वो अंडज जेरज सेतज उत्पुज कोई भी है, जिन्हें वाहिगुरु तेरा नाम तिहारो नाम नू आख्या, दारिद दुष्ट दोख ते राह। दारिद कहते दलिदर गरीबी, आलस रोग, अंदर दा अहंकार। दुष्ट कहते वैरियां, क्रोध लोभ मोह अहंकार, हर तरह के दोख। दोख कहते तीने ताप, आद ब्याद ते उपाद। दारद दुष्ट दोख ते राह। जिहड़ा वाहिगुरु तैनूं ध्याउंदा है वो तिन्ना रोगां तो बचदा है। किड्डी कमाल दी बाणी है। 27 पदे ने, 108 तुकां ने, 108 सिमरनी मनी गई है। ये किथे कर्म कांडा वाले पासे नहीं जा रहे, सिर्फ और सिर्फ ये सब तो छोटी बाणी है और सब तो ताकतवर बाणी इनू विद्वानां ने आख्या। ये रक्षा भी आ गई, ये उहदा सिमरन भी आ गया, मन का चेता भी आ गया, तो समर्पण भी आ गया कि वाहिगुरु जे तैनूं ध्या लिया जाए तो दलिदरता आलस खत्म होएगा। और सच्ची मुच्ची जब तुहाडे ते कदी आलस आए ना, चौकड़ा ला के चौपाई साहब पढ़ लिओ। कदी आलस आए तुरियां फिरदियां चौपाई साहब पढ़ लिओ।
ਇੱਕ ਨਹੀਂ, ਲਗਾਤਾਰ ਚੌਪਈ ਸਾਹਿਬ ਪੜ੍ਹਿਓ। ਆਲਸ ਨੂੰ ਭਜਾਉਣ ਵਾਲੀ ਇਹ ਬਾਣੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹ ਬਾਣੀ ਦਲਿੱਦਰ ਨੂੰ ਨੇੜੇ ਨਹੀਂ ਲੱਗਣ ਦਿੰਦੀ, ਦਾਰਿਦ ਦੁਸ਼ਟ ਵਿਕਾਰ ਵੀ ਨੇੜੇ ਨਹੀਂ ਆਉਂਦੇ, ਦੁੱਖ ਨੇੜੇ ਨਹੀਂ ਆਉਂਦੇ, ਤੇ ਰਾਹ ਬਚਾ ਲੈਂਦੀ ਹੈ ਜੇ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲੇਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਇਹ ਬਾਣੀ ਆਪਣੇ ਆਪ ਦੇ ਵਿੱਚ ਖੜਗ ਹੈ, ਤਾਕਤ ਹੈ। ਖੜਗ ਕੇਤ, ਖੜਗ ਕਹਿੰਦੇ ਤਲਵਾਰ। ਖਲਖੰਡ ਬਿਹੰਡਨ ਖਲਦਲ ਖੰਡਨ ਅਤ ਮਨ ਰੰਡਨ ਬਰਬੰਡਨ, ਭੁਜ ਦੰਡ ਅਖੰਡਨ ਤੇਜ ਪ੍ਰਚੰਡਨ ਜੋਤ ਅਮੰਡਨ, ਭਾਨ ਪ੍ਰਭੰਗ ਸੁਖ ਸੰਤਾ ਕਰਣੰ ਦੁਰਮਤ ਦਰਣੰ, ਕਿਲਬਿਖ ਸ਼ਰਣੰ ਕਿਲਬਿਖ ਹਰਣੰ ਆਸ਼ਰਣੰ, ਜੈ ਜੈ ਜਗਕਾਰੰ ਸ੍ਰਿਸ਼ਟ ਉਬਾਰੰ, ਮਮ ਪ੍ਰਤਪਾਰੰ ਜੈ ਤੇਗ। ਖੜਗ ਕੇਤ, ਖੜਗ ਭਾਵ ਕਿ ਤੇਗ, ਖੜਗ ਨੂੰ ਤੇਗ ਆਖਿਆ, ਸ਼ਸਤਰ ਆਖਿਆ। ਭਾਈ ਇਹ ਬਾਣੀ ਸ਼ਸਤਰ ਵਾਲਾ ਕੰਮ ਕਰਦੀ ਹੈ। ਇਹਦੇ ਅੰਦਰ ਤਾਕਤ ਹੈ। ਇਹ ਮਨ ਦੇ ਵਿਕਾਰਾਂ ਨੂੰ ਸੋਧ ਕੇ ਰੱਖ ਦੇਗੀ, ਇਹ ਤਾਕਤ ਲੈ ਕੇ ਆਏਗੀ। ਸ਼ਸਤਰ ਇੱਕ ਤਾਕਤ ਦਾ ਪ੍ਰਤੀਕ ਹੈ, ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਇੱਕ ਸੱਚ ਦਾ ਪ੍ਰਤੀਕ ਹੈ। ਖੜਗ ਕੇਤ ਮੇਂ ਹੈ ਖੜਗ ਧਾਰੀ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ। ਇਸ ਬਾਣੀ ਨੂੰ ਚੇਤੇ ਕੀਤਿਆਂ ਮੈਨੂੰ ਤੇਰੀ ਤਾਕਤ ਦਾ ਪਤਾ ਲੱਗਿਆ। ਮੈਨੂੰ ਇਹ ਪਤਾ ਲੱਗਿਆ ਕਿ ਦੁਸ਼ਟਾਂ ਨੂੰ ਤੂੰ ਮਾਰ ਦਿੰਦਾ, ਖਤਮ ਕਰ ਦਿੰਦਾ, ਤੇ ਸੱਚ ਨਾਮ ਜਪਣ ਵਾਲੇ ਤੇ ਤੇਰੇ ਗੁਣਾਂ ਨੂੰ ਧਾਰਨ ਕਰਨ ਵਾਲਿਆਂ ਦੀ ਤੂੰ ਸਹਾਇਤਾ ਕਰਦਾ, ਤੂੰ ਸੰਤਾਂ ਨੂੰ ਸਹਾਰਦਾ। ਇਹ ਬਾਣੀ ਦੀ ਗਵਾਹੀ ਹੈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਮੈਂ ਤੁਹਾਡੀ ਸ਼ਰਨ ਆਇਆ। ਆਪ ਹਾਥ ਦਾ ਲੇਹੋ ਉਬਾਰੀ, ਮੈਨੂੰ ਉਬਾਰ ਲੈ ਵਾਹਿਗੁਰੂ। ਸਰਬ ਠੌਰ ਮੋਹ ਸਹਾਈ, ਠੌਰ ਕਹਿੰਦੇ ਆ ਥਾਂ, ਜਿੱਥੇ ਜਿੱਥੇ ਮੈਂ ਜਾਵਾਂ, ਜਿੱਥੇ ਜਾਏ ਬਹੀਆ ਭਲਾ ਕਹੀਆ, ਝੋਲ ਅੰਮ੍ਰਿਤ ਪੀਜੈ। ਜਿੱਥੇ ਜਿੱਥੇ ਮੈਂ ਜਾਵਾਂ ਤੂੰ ਮੇਰੀ ਸਹਾਇਤਾ ਕਰੇ, ਤੂੰ ਮੇਰਾ ਸਹਾਈ ਹੋਵੇਂ। ਅੱਗੇ ਕਹਿੰਦੇ ਦੁਸ਼ਟ ਦੋਖ ਤੇ ਲਿਹੋ ਬਚਾਈ, ਦੁਸ਼ਟਾਂ ਤੋਂ, ਦੁੱਖਾਂ ਤੋਂ, ਨਿੰਦਕਾਂ ਤੋਂ, ਬੈਰੀਆਂ ਤੋਂ ਤੂੰ ਮੈਨੂੰ ਬਚਾ ਕੇ ਰੱਖ ਜੇ। ਇੱਥੇ ਸਮਾਪਤੀ ਹੈ ਜੀ 25 ਪਦਿਆਂ ਦੀ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ 25 ਪਦਿਆਂ ਤੱਕ ਹੀ ਜ਼ਿਕਰ ਹੈ ਬਾਣੀ ਦਾ ਪਾਠ ਕਰਨ ਦੀ। ਸੋ ਇੱਥੇ ਤੱਕ ਅਸੀਂ ਚੌਪਈ ਸਾਹਿਬ ਹੀ ਪੜ੍ਹਦੇ ਹਾਂ ਔਰ ਇੱਥੇ ਤੱਕ ਹੀ ਪੜ੍ਹਨਾ ਹੈ, ਕਿਉਂਕਿ ਸਿੱਖ ਰਹਿਤ ਮਰਿਆਦਾ ਦਾ ਹੁਕਮ ਹੈ ਤੇ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਸਿੱਖ ਦੀ ਰਹਿਤ ਮਰਿਆਦਾ ਵੀ ਅਕਾਲ ਤਖਤ ਸਾਹਿਬ ਤੋਂ ਹੀ ਬਣੀ ਹੈ। ਸੋ ਇਹ ਨਿਤ ਹੀ ਅਸੀਂ 2 ਵਕਤ, ਅੰਮ੍ਰਿਤ ਵੇਲੇ ਵੀ 25 ਪਦੇ ਤੇ ਸ਼ਾਮ ਨੂੰ ਵੀ 25 ਪਦੇ ਪੜ੍ਹਦੇ ਹਾਂ ਜੀ। ਇੱਥੇ ਤੱਕ, ਕਿਉਂਕਿ ਇਹ 27 ਪਦਿਆਂ ਤੱਕ ਗੁਟਕਾ ਹੈ, ਪਰ ਅਸੀਂ 25 ਪਦਾਂ ਤੱਕ ਵਿਚਾਰ ਕੀਤੀ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਹੈ। ਅੱਜ ਸਮੇਂ ਦੀ ਸਮਾਪਤੀ ਹੈ। ਆਨੰਦ ਸਾਹਿਬ ਜੀ ਦੀ ਅਰਮਤਾ ਜੀ ਅੱਜ ਇਜਾਜ਼ਤ ਦਿਓ ਤੇ ਕਰ ਦਈਏ, ਨਹੀਂ ਤੇ ਕੱਲ੍ਹ ਨੂੰ ਅਸੀਂ ਆਨੰਦ ਸਾਹਿਬ ਦੀ ਅਰਮਤਾ ਕਰਾਂਗੇ। ਕਰ ਦਈਏ ਜੀ ਕੱਲ੍ਹ ਨੂੰ, ਜਿਵੇਂ ਤੁਸੀਂ ਠੀਕ ਹੈ ਜੀ। ਕੱਲ੍ਹ ਨੂੰ ਅਸੀਂ ਆਨੰਦ ਸਾਹਿਬ ਦੀ ਅਰਮਤਾ ਕਰਾਂਗੇ। ਅੱਜ ਵਿਚਾਰਾਂ ਦੀ ਸਮਾਪਤੀ ਹੈ। ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਇਸ ਬਾਣੀ ਦੇ ਵਿੱਚ ਕਾਲ ਦਾ ਬੜਾ ਜ਼ਿਕਰ ਆਇਆ ਕਿ ਕਾਲ ਫਾਸਤੇ, ਕਾਲ ਕੀ ਹੈ? ਮੌਤ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸਿੱਖ ਹੋਇਆ ਭਾਈ ਮੁਗਲੂ। ਜਦ ਮਹਾਰਾਜ ਦੀ ਜੰਗ ਲੱਗੀ ਸੀ ਨਾ, ਤੇ ਭਾਈ ਮੁਗਲੂ ਮਹਾਰਾਜ ਦੀ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਲੜੇ ਨੇ, ਤੇ ਭਾਈ ਮੁਗਲੂ ਬਹੁਤ ਜ਼ਖਮੀ ਹੋ ਗਏ ਤੇ ਡਿੱਗ ਪਏ। ਜਦ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਇੱਕ ਸਿੱਖ ਦੇ ਚਿਹਰੇ ਤੇ ਪਾਣੀ ਪਾਇਆ, ਦੇਖਿਆ ਕਿਹੜਾ ਸਿੱਖ ਸਾਹ ਬਾਕੀ ਨੇ, ਕਿਹਦੇ ਵਿੱਚ ਨਹੀਂ ਨੇ, ਤੇ ਭਾਈ ਮੁਗਲੂ ਸਿੱਖ ਦਾ ਸੀ, ਸਾਹ ਉਹਦੇ ਬਾਕੀ ਸਨ। ਭਾਈ ਮੁਗਲੂ ਦਾ ਸਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੋਦ ਵਿੱਚ ਲਿਆ ਤੇ ਆਖਿਆ, ਭਾਈ ਮੁਗਲੂ, ਗੁਰੂ ਨਾਨਕ ਸਾਹਿਬ ਦੇ ਘਰ ਦੀ ਬੇਅੰਤ ਖੁਸ਼ੀ ਹੈ, ਦੱਸ ਕੀ ਚਾਹੀਦਾ? ਕਹਿੰਦੇ ਬਸ ਮੈਂ ਅੱਜ ਮਰਾਂ ਤੇ ਭਾਵੇਂ ਕੱਲ੍ਹ ਮਰਾਂ ਤੇ ਭਾਵੇਂ ਮੈਂ ਮਰਾਂ ਬਾਅਦ 'ਚ, ਬਸ ਜਿਵੇਂ ਅੱਜ ਮੇਰਾ ਸਿਰ ਗੁਰੂ ਦੀ ਗੋਦ ਵਿੱਚ ਹੈ ਉਵੇਂ ਮਰਨ ਵੇਲੇ ਮੇਰਾ ਸਿਰ ਤੁਹਾਡੀ ਗੋਦ ਵਿੱਚ ਹੋਏ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਸਿਰ ਆਪਣੀ ਗੋਦ ਤੋਂ ਪਰਾਂ ਕਰਤਾ ਤੇ ਕਿਹਾ, ਭਾਈ ਮੁਗਲੂ, ਹਜੇ ਤੇਰੇ ਸਵਾਸ ਬਾਕੀ ਨੇ, ਹਜੇ ਤੂੰ ਅੱਜ ਨਹੀਂ ਮਰਨਾ। ਤੇ ਫਿਰ ਮੈਂ ਕੱਲ੍ਹ ਮਰਨਾ ਹੈ ਜੀ ਗੁਰੂ ਹਰਗੋਬਿੰਦ ਸਾਹਿਬ, ਕਿ ਮੈਂ ਪਰਸੋਂ ਮਰਨਾ? ਕਦ ਮਰਨਾ ਹੈ? ਕਹਿੰਦੇ ਹਜੇ ਨਹੀਂ, ਹਜੇ ਇਹ 6ਵਾਂ ਜਾਮਾ ਵੀ ਨਾਸ਼ ਹੋ ਜਾਏਗਾ ਤੇ ਤਾਂ ਵੀ ਤੂੰ ਜਿਉਂਦੇ ਰਹਿਣਾ, ਤੇਰੇ ਸਵਾਸ ਹਜੇ ਬਹੁਤ ਲਿਖੇ ਨੇ। ਕਹਿੰਦੇ ਫਿਰ ਸੱਚੇ ਪਾਤਸ਼ਾਹ, ਜਿਹੜਾ ਮੈਂ ਤੁਹਾਡੇ ਤੋਂ ਬਚਨ ਮੰਗਿਆ ਉਹ? ਕਹਿੰਦੇ 9ਵੇਂ ਜਾਮੇ ਵਿੱਚ ਜਿਸ ਵੇਲੇ ਇਹ ਜੋਤ ਆਵੇਗੀ ਉਸ ਵੇਲੇ ਸੀਸ ਤੇਰਾ ਹੋਏਗਾ ਤੇ ਗੋਦ ਸਾਡੀ ਹੋਏਗੀ।
ਪਰਜਾਵਾਂ ਨੌਵਾਂ ਹੋਏਗਾ। ਇਹ ਕਦੀ ਨਾ ਕਹਿਣਾ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਰ-ਬਾਰ ਕਾਲ ਫਾਸ ਦੀ ਗੱਲ ਕਰਦੇ ਤੇ ਗੁਰੂ ਜਦ ਬਚਨ ਕਰਦਾ ਤੇ ਆਪਣੇ ਸਿੱਖ ਦੀ ਉਹ ਨਿਭਾ ਕੇ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤਾ ਰਾਖਿਓ ਚੀਤ। ਇਹ ਬਾਣੀ ਸਦਾ ਹੀ ਸਾਨੂੰ ਮੌਤ ਦੇ ਡਰ ਤੋਂ ਨਿਰਭਉ ਕਰਾ ਰਹੀ ਹੈ। ਚੌਪਈ ਸਾਹਿਬ ਇੱਕ ਐਸੀ ਬਾਣੀ ਹੈ, 3 ਵਾਰੀ ਇਹਦੇ ਵਿੱਚ 2 ਵਾਰੀ ਅਸਤੁਜ ਪੜਿਆ ਤੁਸੀਂ ਖੜਗ ਦਾ ਜ਼ਿਕਰ, ਤੇ ਤੀਜੀ ਵਾਰੀ ਆਖਰੀ ਤੁਕ ਦੇ ਵਿੱਚ ਖੜਗ ਕੇਤ ਮੈਂ ਸ਼ਰਨ ਤਿਹਾਰੀ ਕਿ ਗੁਰੂ ਕੇ ਸਿੱਖੋ, ਭਾਵੇਂ ਸਿੱਖੋ ਤੇ ਭਾਵੇਂ ਸਿੱਖਣੀਓ, ਤੁਸੀਂ ਤਿਆਰ ਬਰ ਤਿਆਰ ਹੋ, ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋ। ਕੋਈ ਤੁਹਾਡੇ ਤੇ ਹੱਥ ਨਾ ਪਾ ਸਕੇ ਤੁਹਾਡੀ ਇੱਜ਼ਤ ਨੂੰ, ਕੋਈ ਤੁਹਾਨੂੰ ਝੂਠ ਦੇ ਮਾਰਗ ਤੇ ਨਾ ਧਕੇਲ ਸਕੇ। ਤੁਹਾਡੀਆਂ ਤਾਕਤਾਂ ਤੁਹਾਡੀਆਂ ਸਮਰਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਦਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਰਟਨ ਪੋਥੀ ਆ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ 9ਵੇਂ ਜਾਮੇ ਵਿੱਚ ਵਰਤੇ ਜੋਤ ਤੇ ਉਹੀ ਗੁਰੂ ਨਾਨਕ ਸਾਹਿਬ ਦੇ ਮਾਲਵੇ ਰਟਨ ਦੇ ਵਿੱਚ ਸਤਿਗੁਰੂ ਜੀ ਤੁਰੇ ਹੋਏ ਨੇ। ਤੇ ਜਿਸ ਵੇਲੇ ਸਤਿਗੁਰੂ ਜੀ ਮਾਲਵੇ ਦਾ ਰਟਨ ਕਰ ਰਹੇ ਸੀ ਤੇ ਪਿੰਡ ਮਹਿਰਾਜ ਜਿੱਥੇ ਹੈ ਉਥੇ ਸਤਿਗੁਰੂ ਜੀ ਰੁਕ ਗਏ। ਤੇ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਬਹੁਤ ਦਿਨ ਹੋ ਗਏ ਇੱਥੇ ਰੁਕਣ ਦਾ ਕਾਰਨ ਕੀ ਹੈ? ਕਹਿੰਦੇ ਅਸੀਂ ਦਿਨ ਦੀ ਉਡੀਕ ਕਰਦੇ ਹਾਂ ਜਿਸ ਦਿਨ ਇੱਥੇ ਭਾਈ ਮੁਗਲੂ ਨੇ ਸਵਾਸ ਛੱਡਣੇ ਹੈ। ਸਿੱਖ ਕਹਿੰਦੇ ਸਾਨੂੰ ਸਮਝ ਨਹੀਂ ਆਈ। ਕਹਿੰਦੇ ਇਹ ਜਿਹੜੀ ਪਿੜ ਹੈ ਨਾ ਇਹ 6ਵੇਂ ਜਾਮੇ ਦੇ ਵਿੱਚ ਪਈ ਸੀ ਤੇ ਇਹਦਾ 9ਵੇਂ ਜਾਮੇ ਵਿੱਚ ਹੋਣਾ ਕਬੂਲ। ਤੇ ਫਿਰ ਸਤਿਗੁਰੂ ਜੀ ਉਸ ਦਿਨ ਪਹੁੰਚੇ ਭਾਈ ਮੁਗਲੂ ਦੇ ਘਰ ਜਿਸ ਦਿਨ ਭਾਈ ਮੁਗਲੂ ਨੇ ਆਖਰੀ ਸਵਾਸ ਲਿਆ। ਆਖਰੀ ਸਵਾਸ ਭਾਈ ਮੁਗਲੂ ਲੈਂਦਾ ਸੀ, ਬਿਲਕੁਲ ਅੰਤਮ ਸਵਾਸਾਂ ਤੇ ਸੀ। ਗੁਰੂ ਤੇਗ ਬਹਾਦਰ ਸਾਹਿਬ ਉਹਦੀ ਕੱਖਾਂ ਦੀ ਕੁਲੀ 'ਚ ਗਏ, ਉਹਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਕਿਹਾ ਭਾਈ ਮੁਗਲੂ 6ਵੇਂ ਜਾਮੇ ਵਿੱਚ ਜੋ ਤੇਰੇ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਨਿਭਾਉਣ ਵਾਸਤੇ ਅਸੀਂ ਆਏ ਹਾਂ। ਉੱਥੇ ਜ਼ਾਰ ਕਰਕੇ ਭਾਈ ਮੁਗਲੂ ਤੇ ਗੁਰੂ ਕੀਆਂ ਸਿੱਖਾਂ ਸੇਵਕਾਂ ਸੰਗਤਾਂ ਨੇ ਬੈਰਾਗ ਕੀਤਾ ਕਿ ਗੁਰੂ ਦਾ ਬਚਨ ਸੱਚੀ ਮੁੱਚੀ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਇਹ ਬਾਣੀ ਕਾਲ ਫਾਸ ਤੇ ਤਾਹੇ ਉਬਾਰਾ ਬਾਰ-ਬਾਰ ਕਾਲ ਫਾਸ ਦੀ ਜ਼ਿਕਰ ਕਰਦੀ ਹੈ। ਇਹ ਬਾਰ-ਬਾਰ ਮਰਨ ਕਾਲ ਕਾ ਤਰਾਸ ਨਿਵਰੀ ਹੈ ਕਿ ਮਰਨ ਦੇ ਵੇਲੇ ਜਿਹੜਾ ਕਾਲ ਸਾਨੂੰ ਸਤਾਉਂਦਾ ਹੈ ਉਸ ਮਰਨ ਵਾਲੇ ਡਰ ਤੋਂ ਇਹ ਬਾਣੀ ਸਾਡਾ ਭਾਉ ਚੱਕਣ ਵਾਲੀ ਹੈ। ਸੋ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਨਿਤਨੇਮ ਦੀਆਂ 5 ਬਾਣੀਆਂ ਵਿੱਚੋਂ 4 ਬਾਣੀਆਂ ਅੰਮ੍ਰਿਤ ਵੇਲੇ ਦੀਆਂ, ਚੌਥੀ ਬਾਣੀ ਚੌਪਈ ਸਾਹਿਬ ਜੀ ਦੀ ਵਿਚਾਰ ਅੱਜ ਸੰਪੂਰਨ ਹੋਈ ਹੈ। ਆਪ ਸੰਗਤ ਜਿੰਨੀਆਂ ਆਈਆਂ ਨੇ ਆਪ ਸੰਗਤਾਂ ਦੇ ਚਰਨਾਂ 'ਚ ਇਸਤਕਬਾਲ ਹੈ। ਕੱਲ੍ਹ ਨੂੰ ਆਨੰਦ ਸਾਹਿਬ ਦੀ ਬਾਣੀ ਆਰੰਭ ਕਰਾਂਗੇ। ਖੁਸ਼ੀ ਨੂੰ ਆਨੰਦ ਨਹੀਂ ਕਿਹਾ ਗਿਆ, ਨਾ ਹੀ ਖੇੜੇ ਨੂੰ ਆਨੰਦ ਕਿਹਾ ਗਿਆ, ਨਾ ਕੋਈ ਮੈਟਰਲਿਸਟਿਕ ਪੋਜੈਸ਼ਨਸ ਨੂੰ ਆਨੰਦ ਕਿਹਾ ਗਿਆ ਔਰ ਨਾ ਹੀ ਮੋਮੈਂਟਰੀ ਪਲੇਜ਼ਰਸ ਨੂੰ ਆਨੰਦ ਕਿਹਾ ਗਿਆ। ਉਹ ਆਨੰਦ ਕੀ ਹੈ ਉਹਦਾ ਜ਼ਿਕਰ ਪਹਿਲੀ ਤੁਕ ਵਿੱਚ ਹੀ ਹੈ। ਜਿਹਦੇ ਮਨ ਵਿੱਚ ਸਹਿਜ ਪੈਦਾ ਹੋਏਗਾ ਉਹਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰਤਾ ਪਾਇਆ ਸਹਿਜ। ਹੁਣ ਇਹ ਸਹਿਜ ਕੀ ਹੈ ਕੱਲ ਇਹਦੇ ਬਾਰੇ ਸਮਝਾਂਗੇ। ਭਾਣਾ ਮੰਨ ਕੇ ਮਨ ਵਿੱਚ ਸਹਿਜ ਪੈਦਾ ਹੁੰਦਾ ਹੈ ਤੇ ਜਿਸ ਮਨ ਦੇ ਵਿੱਚ ਭਾਣਾ ਮੰਨਿਆ ਜਾਏਗਾ ਉਹਦੇ ਹਿਰਦੇ 'ਚ ਸਹਿਜ ਪੈਦਾ ਹੋਏਗਾ ਤੇ ਜਿਹਦੇ ਹਿਰਦੇ 'ਚ ਸਹਿਜ ਹੋਏਗਾ ਗੁਰੂ ਅਮਰਦਾਸ ਜੀ ਕਹਿੰਦੇ ਉਹਦੇ ਹਿਰਦੇ 'ਚ ਆਨੰਦ ਪੈਦਾ ਹੋਏਗਾ। ਇਹ ਆਨੰਦ ਸਾਹਿਬ ਦੀ 40 ਪੌੜੀਆਂ ਕੱਲ੍ਹ ਨੂੰ ਆਰੰਭ ਕਰਾਂਗੇ ਜੀ। ਸਾਰਿਆਂ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।